सत श्री अकाल जी, मैं लाइफ कोच रणदीप सिंह। ਅੱਜ ਆਪਾਂ ਫੇਰ ਗੱਲ ਕਰਾਂਗੇ डिप्रैशन ਦੇ ਬਾਰੇ। डिप्रैशन ਜਿਹੜਾ ਕਿ ਇੱਕ ਬਹੁਤ ਹੀ ਕਾਮਨ ਡਿਜ਼ੀਜ਼ ਬਣਦੀ ਜਾ ਰਹੀ ਹੈ ਹਰ ਉਮਰ ਦੇ ਵਿੱਚ, ਹਰ ਵਰਗ ਦੇ ਲੋਕਾਂ ਦੇ ਵਿੱਚ ਇਹਨੂੰ ਬਹੁਤ ਈਜ਼ੀਲੀ ਆਪਾਂ ਮੋਨੀਟਰ ਕਰ ਸਕਦੇ ਹਾਂ ਜਾਂ ਦੇਖ ਪਾਉਂਦੇ ਹਾਂ। डिप्रैशन ਹੋਣ ਦੇ ਕਾਰਨ ਅਨਲਿਮਿਟਿਡ ਨੇ। ਕਿਸੇ ਵੀ ਗੱਲ ਕਰਕੇ डिप्रैशन ਹੋ ਸਕਦਾ ਹੈ। ਜ਼ਿਆਦਾ ਕਿਸੇ ਵੀ ਚੀਜ਼ ਦੇ ਉੱਤੇ ਸੋਚਣਾ ਜਾਂ ਕਿਸੇ ਟਰੈਪ 'ਚ ਫਸ ਜਾਣਾ ਜਾਂ ਕੋਈ ਕੰਮ ਸਿਰੇ ਨਹੀਂ ਚੜ੍ਹਨਾ ਜਾਂ ਕੋਈ ਗਲਤੀ ਹੋ ਜਾਣੀ, ਉਹ ਅੰਦਰ ਅੰਦਰ ਝਿਉਰੀ ਜਾਂਦੀ ਹੈ ਸਾਨੂੰ, ਤੇ ਉਹਨੂੰ ਅਸੀਂ ਆਪਣੇ ਵੱਲੋਂ ਐਕਸਪ੍ਰੈਸ ਨਹੀਂ ਕਰ ਪਾਉਂਦੇ ਜਾਂ ਕਲੀਅਰਲੀ ਨਹੀਂ ਡਿਫਾਈਨ ਕਰ ਪਾਉਂਦੇ। ਸੋ ਡਿਪਰੈਸ਼ਨ ਹੋ ਜਾਂਦਾ। ਡਿਪਰੈਸ਼ਨ ਉਹਨਾਂ ਨੂੰ ਵੀ ਹੋ ਜਾਂਦਾ ਹੈ ਜਿਹੜੇ ਸਾਰੀ ਉਮਰ ਆਪਦੀ ਕੱਢ ਦਿੰਦੇ ਆ, ਜਦੋਂ ਬਜ਼ੁਰਗ ਅਵਸਥਾ 'ਚ ਪਹੁੰਚਦੇ ਆ ਤੇ ਉਹ ਕਹਿੰਦੇ ਆ ਵੀ ਸਾਡੇ ਪੱਲੇ ਕੀ ਆ, ਸਾਡੇ ਬੱਚੇ ਸਾਡੇ ਨਾਲ ਨਹੀਂ ਹੈਗੇ, ਅਸੀਂ ਆਪਦਾ ਅੱਗੇ ਕੀ ਦੇਖੀਏ। ਹੁਣ ਤਾਂ ਪਿੱਛੇ ਨੂੰ ਰਹਿ ਗਿਆ ਸਾਰਾ ਕੁਝ ਦੇਖਣ ਨੂੰ। ਬਚਪਨ 'ਚ ਮੈਂ ਆਪਦੇ ਯਾਰਾਂ ਮਿੱਤਰਾਂ ਬੇਲੀਆਂ ਨਾਲ ਪਿੰਡ 'ਚ ਆਹ ਕੁਛ ਕਰਦਾ ਹੁੰਦਾ ਸੀ, ਮੈਂ ਇੱਥੇ ਘੁੰਮਣ ਜਾਂਦਾ ਹੁੰਦਾ ਸੀ, ਸਾਡਾ ਮੇਰੀ ਵਾਈਫ ਨਾਲ ਸਾਥ ਬਹੁਤ ਵਧੀਆ ਸੀਗਾ ਜਾਂ ਪਾਰਟਨਰ ਬਹੁਤ ਵਧੀਆ ਮਿਲਿਆ ਸੀਗਾ। ਪਰ ਜਦੋਂ ਉਮਰ ਲੰਘ ਜਾਂਦੀ ਹੈ, ਕਹਿੰਦੇ ਨਹੀਂ ਬਚਪਨਾ ਵੀ ਬੀਤ ਗਿਆ, ਜਵਾਨੀ ਵੀ ਬੀਤ ਗਈ, ਅੱਧ-ਖੜ ਉਮਰ ਵੀ ਆ ਗਈ, ਹੁਣ ਬੁਢਾਪਾ ਆ ਗਿਆ, ਹੁਣੇ ਤੋਂ ਅੱਗੇ ਤਾਂ ਕੁਛ ਹੈ ਨਹੀਂਗਾ। ਸੋ ਡਿਪਰੈਸ਼ਨ ਦੇ ਅਨਲਿਮਿਟਿਡ ਰੀਜ਼ਨਸ ਹੋ ਸਕਦੇ ਨੇ, ਪਰ ਉਹਨਾਂ ਦਾ ਇੱਕੋ ਹੀ ਸੋਲਿਊਸ਼ਨ ਹੈ, ਉਹ ਹੈਗਾ ਗਿਆਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਜਿਹੜੀ ਚੀਜ਼ ਨੂੰ ਤੁਸੀਂ ਲਗਾਤਾਰ, ਜਿਹਦੇ ਉੱਤੇ ਤੁਸੀਂ ਸੋਚ ਬਣਾਈ ਹੋਈ ਹੈ, ਆਈਡੀਆਸ ਜਨਰੇਟ ਕਰਦੇ ਜਾ ਰਹੇ ਹੋ, ਜਿਹੜੇ ਲੌਜੀਕਲੀ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਤੁਹਾਨੂੰ। ਜ਼ਿੰਦਗੀ ਬਹੁਤ ਕੀਮਤੀ ਹੈ, ਬਹੁਤ ਥੋੜੀ ਹੈ। 70 ਸਾਲ ਦੀ ਉਮਰ ਵੀ ਮੈਂ ਬਹੁਤ ਥੋੜੀ ਮੰਨਦਾ। ਜੇ ਤਾਂ ਮਾੜੇ ਕੰਮ ਕਰਨੇ ਆ ਫਿਰ ਬਹੁਤ ਲੰਬੀ ਹੈ, ਜੇ ਚੰਗੇ ਕਰਮ ਕਰਨੇ ਆ ਫਿਰ ਬਹੁਤ ਛੋਟੀ ਹੈ। ਜੇ ਦੁਤਕਾਰਨਾ ਹੀ ਹੈ ਜਾਂ ਗਾਲਾਂ ਹੀ ਕੱਢਣੀਆਂ ਜਾਂ ਕੁੱਟਮਾਰ ਕਰਨੀਆਂ, ਚੋਰੀਆਂ ਕਰਨੀਆਂ, ਫਿਰ ਬਹੁਤ ਵੱਡੀ ਹੈ। ਜੇ ਸਮਾਜ ਸੇਵੀ ਬਣਨਾ ਹੈ, ਹਰ ਕਿਸੇ ਦੀ ਹੈਲਪ ਕਰਨੀ ਹੈ, ਮਦਦ ਕਰਨੀ ਹੈ, ਗਰੀਬ ਦਾ ਨਾਲ ਸਾਥ ਦੇਣਾ, ਦੀਨ ਦੁਖੀਆਂ ਦੀ ਮਦਦ ਕਰਨੀ ਹੈ, ਫਿਰ ਬਹੁਤ ਛੋਟੀ ਹੈ। ਤੁਸੀਂ ਇਹ ਕਿਉਂ ਨਹੀਂ ਸੋਚਦੇ ਹੈਗੇ, ਹਮੇਸ਼ਾ ਆਪਣੇ ਆਪ ਨਾਲ ਕਿਉਂ ਅਟੈਚਡ ਕਰ ਦਿੰਦੇ ਹੋ ਹਰ ਚੀਜ਼ ਨੂੰ। ਇੱਕ ਫਲੋ ਹੈ, ਇੱਕ ਜਰਨੀ ਹੈ ਸਾਡੀ, ਬਰਥ ਤੋਂ ਲੈ ਕੇ ਡੈਥ ਤੱਕ ਇੱਕ ਸਾਡੀ ਜਰਨੀ ਹੈ। ਡੈਥ ਸਾਡੀ ਡੈਸਟੀਨੇਸ਼ਨ ਹੈ, ਬਰਥ ਸਾਡੀ ਸਟਾਰਟ ਹੈ ਇਹ, ਠੀਕ ਹੈ। ਅਸੀਂ ਚੱਲ ਪਏ, ਦੁੱਖ ਆਏ ਝੱਲ ਲਏ, ਸੁੱਖ ਆਏ ਝੱਲ ਲਏ, ਬਚਪਨਾ ਆਇਆ, ਜਵਾਨੀ ਆਈ, ਹੰਢਾਈ, ਬੁਢਾਪਾ ਆ ਰਿਹਾ, ਬੱਚੇ ਪਾਲ ਰਹੇ, ਪੋਤੇ ਪੋਤੀਆਂ ਆ ਗਏ, ਐਟ ਦੀ ਐਂਡ ਡੈਥ। ਹੁਣ ਜਿਹੜਾ ਆਹ ਡਿਊਰੇਸ਼ਨ ਹੈ, ਡਿਊਰੇਸ਼ਨ ਆਫ ਟਾਈਮ ਹੈ, ਡਿਊਰੇਸ਼ਨ ਆਫ ਏਜ ਹੈ, ਇਹਨੂੰ ਕੱਢਣ ਵਾਸਤੇ ਕਿੰਨੇ ਅਸੀਂ ਪ੍ਰੋਬਲਮਸ ਫੇਸ ਕਰਦੇ ਹਾਂ ਬਚਪਨ ਤੋਂ ਲੈ ਕੇ ਬੁਢਾਪੇ ਤੱਕ। ਤੇ ਹਮੇਸ਼ਾ ਜਿਹੜੀਆਂ ਚੀਜ਼ਾਂ ਹੋ ਚੁੱਕੀਆਂ ਹੁੰਦੀਆਂ ਸਾਡੇ ਨਾਲ, ਅਸੀਂ ਉਹਨਾਂ ਨੂੰ ਨਾਲ ਘੜੀਸਦੇ ਆਈ ਜਾਂਦੇ ਹਾਂ। 15 ਸਾਲਾਂ ਤੋਂ ਸ਼ੁਰੂ ਹੋ ਜਾਂਦੇ ਹਾਂ ਘੜੀਸਣਾ, ਫਿਰ 20 'ਚ ਆ ਗਏ, ਫਿਰ 25 'ਚ ਆ ਕੇ ਹੋਰ ਇਕੱਠਾ ਕਰ ਲੈਂਦੇ ਹਾਂ ਕੂੜਾ, ਫਿਰ 30 'ਚ ਆ ਕੇ ਹੋਰ ਇਕੱਠਾ ਕਰ ਲੈਂਦੇ ਹਾਂ ਕੂੜਾ, ਫਿਰ 45 'ਚ ਆ ਕੇ ਹੋਰ ਇਕੱਠਾ ਕਰ ਲੈਂਦੇ ਹਾਂ ਕੂੜਾ। ਫਿਰ ਉੱਥੇ ਜਾ ਕੇ ਕੀ ਹੁੰਦਾ, ਨੀਂਦ ਆਉਣੀ ਬੰਦ ਹੋ ਜਾਂਦੀ ਹੈ। ਫਿਰ ਕੀ ਹੁੰਦਾ ਹੈ, ਰਾਤਾਂ ਨੂੰ ਪੈਨਿਕ ਅਟੈਕਸ ਆਉਣੇ ਸ਼ੁਰੂ ਹੋ ਜਾਂਦੇ ਨੇ, ਫਿਰ ਸਰਵਾਈਕਲ ਵੱਧ ਜਾਂਦਾ ਹੈ, ਫਿਰ ਸੀਜ਼ੋਫਰੇਨੀਆ ਵਰਗੀਆਂ ਜਿਹੜੀਆਂ ਮੈਂਟਲ ਇਲਨੈਸ, ਜਿਹਨੂੰ ਅਸੀਂ ਬ੍ਰੇਨ ਦਾ ਕੈਂਸਰ ਕਹਿੰਦੇ ਇੱਕ ਤਰੀਕੇ ਨਾਲ, ਵੀ ਇਹਦਾ ਦੇ ਇਲਾਜ ਨਹੀਂ ਹੈਗੇ ਫਿਰ ਮੈਡੀਕਲ ਸਾਇੰਸ ਦੇ ਕੋਲ। ਸੀਜ਼ੋਫਰੇਨੀਆ, ਹਾਲੂਸੀਨੇਸ਼ਨ ਸ਼ੁਰੂ ਹੋ ਜਾਂਦਾ, ਡਿਲਿਊਜ਼ਨ ਆ ਜਾਂਦਾ ਉਹਦੇ ਵਿੱਚ, ਫਿਰ ਤੁਹਾਨੂੰ ਵਹਿਮ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਮੇਰੇ ਬਾਰੇ ਉਹ ਫਲਾਣੇ ਆਹ ਗੱਲਾਂ ਕਰਦੇ ਨੇ, ਮੇਰੇ ਬਾਰੇ ਉਹਨਾਂ ਨੇ ਆਹ ਬਿਉਂਤਾਂ ਬਣਾਈਆਂ ਨੇ, ਉਹ ਕਦੇ ਵੀ ਮੇਰੇ ਬਾਰੇ ਚੰਗਾ ਨਹੀਂ ਸੋਚ ਸਕਦੇ। ਤੇ ਤੁਸੀਂ ਆਪਣੇ ਆਪ ਹੀ ਓਵਰ ਰਿਐਕਟ ਕਰਨ ਲੱਗ ਜਾਂਦੇ ਹੋ, ਲੜਨ ਲੱਗ ਜਾਂਦੇ ਹੋ, ਘਰ ਦੇ ਹਰ ਇੱਕ ਮੈਂਬਰ ਨਾਲ ਤੁਸੀਂ ਲੜਦੇ ਹੋ, ਇਰੀਟੇਟ ਹੋਣਾ ਸ਼ੁਰੂ ਹੋ ਜਾਂਦੇ ਹੋ, ਜਾਂ ਤੁਸੀਂ ਬਿਲਕੁਲ ਆਪਣੇ ਆਪ ਨੂੰ ਚੁੱਪ ਕਰਕੇ, ਬੰਦ ਕਰਕੇ, ਕਮਰੇ 'ਚ ਪੈਕ ਕਰਕੇ ਰੱਖ ਦਿੰਦੇ ਹੋ। ਇਹ ਸਾਰਾ ਕੁਝ ਹੋਇਆ ਕਿੱਥੋਂ ਹੈ? ਇੱਥੋਂ ਹੋਇਆ ਹੈ। ਯੂਜ਼ ਤਾਂ ਇਹਨੂੰ ਕਰਨਾ ਸੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ, ਵਧੀਆ ਜ਼ਿੰਦਗੀ ਜੀਣ ਦੇ ਲਈ, ਚੰਗਾ ਖਾਣਾ ਪੀਣਾ ਪਹਿਨਣ ਦੇ ਲਈ, ਪਰਮਾਤਮਾ ਨੂੰ ਸਮਝਣ ਦੇ ਲਈ। ਪਰ ਇਹਦਾ ਵਰਤੋਂ ਕਿੱਥੇ ਹੋ ਗਈ? ਇਹਦੀ ਵਰਤੋਂ ਹੋ ਗਈ ਹਰ ਉਹ ਮਾੜੀ ਸੋਚ ਦੇ ਨਾਲ ਜੋੜ ਲਿਆ ਆਪਾਂ, ਹਰ ਉਹ ਮਾੜੇ ਥੌਟ ਦੇ ਨਾਲ ਜੋੜਨਾ ਸ਼ੁਰੂ ਕਰਤਾ ਜਿਹਦਾ ਕੋਈ ਰੂਪ ਰੇਖਾ ਹੀ ਨਹੀਂ ਸੀਗੀ। ਫਿਰ ਅਕਸਰ ਲੋਕ ਕਹਿਣ ਲੱਗ ਜਾਂਦੇ ਆ ਵੀ ਸ਼ਾਇਦ ਕਿਸੇ ਨੇ ਇਹਨਾਂ ਨੂੰ ਕੁਝ ਕਰਾਤਾ ਤਾਂ ਇਹਨਾਂ ਦਾ ਬਿਹੇਵੀਅਰ ਇਦਾਂ ਦਾ ਹੋ ਗਿਆ। ਦੇਖੋ ਇਹ ਚੀਜ਼ ਤਾਂ ਮੈਂ ਸਿਰੇ ਤੋਂ ਨਕਾਰਦਾ। ਮੈਨੂੰ 15 ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ, ਤੇ ਵਰਸਟ ਤੋਂ ਵਰਸਟ ਕੰਡੀਸ਼ਨ ਦੇ ਮੈਂ ਵੀ ਲੋਕ ਦੇਖੇ ਨੇ ਜਿਹੜੇ ਮੈਂ ਕਹਿੰਦਾ ਜੀ ਬਹੁਤ ਬਾਬਿਆਂ ਕੋਲ ਜਾ ਕੇ ਇਹ ਚੀਜ਼ ਆਪਣਾ ਇਲਾਜ ਕਰਾਉਣ ਜਾਂਦੇ ਨੇ ਵੀ ਜੇ 'ਚ ਹਵਾ ਆਉਂਦੀ ਹੈ, ਇਹਨੂੰ ਚੀਜ਼ਾਂ ਦਿਖਦੀਆਂ ਨੇ, ਇਹਨੂੰ ਸੁਣਦੀਆਂ ਨੇ, ਇਹਨੂੰ ਮਰੇ ਹੋਏ ਬੁਲਾਉਂਦੇ ਨੇ ਇਨਸਾਨ।
ਸੋ ਇਹ ਤਾਂ ਇਲੌਜੀਕਲ ਗੱਲਾਂ ਨੇ, ਇਹ ਬਿਲਕੁਲ ਵੀ ਲੌਜਿਕ ਨਹੀਂ ਹੈਗਾ ਇਹ ਚੀਜ਼ਾਂ ਦਾ। ਕਿਉਂਕਿ ਦੇਖੋ ਆਨੰਦ ਸਾਹਿਬ ਦੀ ਬਾਣੀ ਹੈ, ਜਦੋਂ ਮੈਂ ਗੁਰੂ ਅਮਰਦਾਸ ਜੀ ਦੀ ਆਨੰਦ ਸਾਹਿਬ ਦੀ ਬਾਣੀ ਪੜ੍ਹਨ ਲੱਗਿਆ ਨਾ, ਉਹ ਲਿਟਰੇਚਰ ਜਦੋਂ ਮੈਂ ਪੜ੍ਹਿਆ ਤੇ ਕਾਫੀ ਚੀਜ਼ਾਂ ਸਮਝ ਆਈਆਂ ਵੀ ਡਿਪਰੈਸ਼ਨ ਹੋਲਡ ਕਰਕੇ ਰੱਖਿਆ ਹੋਇਆ ਇੱਕ ਥਾਟ ਹੈ, ਨਾ ਕਿ ਫਲੋ ਆ। ਉਹ ਕਹਿੰਦੇ ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸ਼ਰੀਰਾ ਜਾ ਤੂੰ ਜਗ ਮਹਿ ਆਇਆ। ਆਪਣੇ ਆਪ ਨਾਲ ਗੱਲ ਤੁਸੀਂ ਕਰਕੇ ਦੇਖਿਆ ਕਰੋ, ਤੁਸੀਂ ਆਪਣੇ ਨੂੰ ਪੁੱਛਿਆ ਕਰੋ ਵੀ ਇਹ ਸਰੀਰ ਮੈਨੂੰ ਮਿਲਿਆ ਹੈ, ਸਰੀਰ ਤੂੰ ਕੀ ਕਰਨ ਆਇਆ ਜਨਮ ਦੇ ਵਿੱਚ? ਤੂੰ ਡਿਪਰੈਸ਼ਨ ਲੈਣ ਆਇਆ? ਤੂੰ ਬਿਮਾਰੀਆਂ ਨੂੰ ਸੱਦੇ ਲੈਣ ਆਇਆ? ਤੂੰ ਹਮੇਸ਼ਾ ਲੜਨ ਵਾਸਤੇ ਪੈਦਾ ਹੋਇਆ? ਤੂੰ ਹਮੇਸ਼ਾ ਗਾਲੀ ਗਲੋਚ ਕਰਨ ਲਈ ਪੈਦਾ ਹੋਇਆ? ਜਾਂ ਤੂੰ ਸਿਰਫ ਸ਼ਰਾਬ ਪੀਣ ਲਈ ਪੈਦਾ ਹੋਇਆ? ਜਾਂ ਡਰੱਗਸ ਲੈਣ ਲਈ ਪੈਦਾ ਹੋਇਆ? ਪੁੱਛੋ ਤਾਂ ਸਹੀ। ਦੇਖੋ ਕਿੱਡਾ ਵਧੀਆ ਲੌਜਿਕ ਸਮਝਾਇਆ ਗੁਰੂ ਅਮਰਦਾਸ ਜੀ ਨੇ, ਪ੍ਰੈਕਟੀਕਲੀ ਚੀਜ਼ਾਂ ਸਮਝਾਈਆਂ ਨੇ ਸਾਰੀਆਂ। ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਹੜੀ ਸ਼ਕਤੀ ਨੇ, ਪਰਮਾਤਮਾ ਨੇ ਇਹ ਚੀਜ਼ ਬਣਾਈ ਹੈ, ਉਹਦਾ ਗਿਆਨ ਮਨ 'ਚ ਧਾਰਨ ਦੀ ਬਜਾਏ ਤੂੰ ਹਰ ਵਿਕਾਰ ਮਨ 'ਚ ਬਿਠਾਇਆ ਹੋਇਆ ਆਪਣੇ। ਦੇਖੋ ਦੱਸ ਦਿਓ, ਜਿਹੜਾ ਬੰਦਾ ਕੁਰੂਰਤਾ ਵਰਤਦਾ ਉਹਦੇ ਮਨ 'ਚ ਆਪਾਂ ਕਦੇ ਕਹਿ ਦਿੰਦੇ ਵੀ ਯਾਰ ਇਹ ਤਾਂ ਰੱਬ ਹੀ ਨਹੀਂ ਵਸਦਾ, ਇਹ ਤਾਂ ਮਾੜੇ ਕੰਮ ਕਰਦਾ, ਇਹ ਤਾਂ ਰੱਬ ਦਾ ਬਿਲਕੁਲ ਵੀ ਡਰ ਨਹੀਂ ਹੈਗਾ। ਦੇਖੋ ਗੁਰੂ ਅਮਰਦਾਸ ਜੀ ਕਿੱਡੀ ਵਧੀਆ ਕਾਉਂਸਲਿੰਗ ਕਰਦੇ, ਤੇ ਕਮਾਲ ਦੀ ਗੱਲ ਹੈ ਵੀ ਉਹ ਸਰੀਰ ਤੋਂ ਅਸੀਂ ਕੰਮ ਜਿਹੜੇ ਤੋਂ ਲੈਣਾ ਹੈ ਤੇ ਉਹਦੇ ਬਾਰੇ ਸਮਝਾ ਰਹੇ ਨੇ। ਤੇ ਪੁੱਛਿਆ ਕਰੋ ਆਪਣੇ ਸਰੀਰ ਨੂੰ, ਜਿੰਨੇ ਤੁਸੀਂ ਬੈਠੇ ਆ, ਬੱਚਿਆਂ ਨੂੰ ਕਹੋ ਵੀ ਪੁੱਛ ਤੂੰ ਕੀ ਕਰਦਾ ਪਿਆ, ਵੱਡਿਆਂ ਨੂੰ, ਬਜ਼ੁਰਗਾਂ ਨੂੰ ਕਹੋ, ਸਾਰਿਆਂ ਨੂੰ ਕਹੋ, ਆਪਣੇ ਆਪ ਨੂੰ ਪੁੱਛ ਕੇ ਦੇਖੋ ਵੀ ਫਿਰ ਉਸ ਸ਼ਕਤੀ ਨੂੰ ਆਪਣੇ ਮਨ 'ਚ ਤੁਸੀਂ ਵਸਾਇਆ? ਨਹੀਂ ਵਸਾਇਆ। ਜੇ ਉਹ ਵਸਾਇਆ ਹੁੰਦਾ ਨਾ ਤੇ ਤੁਹਾਨੂੰ ਕਦੇ ਡਿਪਰੈਸ਼ਨ ਨਾ ਹੁੰਦਾ। ਤੁਸੀਂ ਚੀਜ਼ਾਂ ਨੂੰ ਐਡਾ ਹੋਲਡ ਕਰਕੇ ਫੜ ਕੇ ਨਾ ਰੱਖਦੇ ਵੀ ਜਿਹੜੀਆਂ ਜਾਣੀਆਂ ਚਾਹੁੰਦੀਆਂ ਨੇ ਤੇ ਤੁਸੀਂ ਜਾਣ ਨਹੀਂ ਦਿੰਦੇ, ਤੁਸੀਂ ਬਾਰ-ਬਾਰ ਉਹਨੂੰ ਬੁਲਾ ਕੇ ਉਹਦੇ ਉੱਤੇ ਕਲੇਸ਼ ਕਰਦੇ ਆ। ਆਪਾਂ ਹਮੇਸ਼ਾ ਆਪਾਂ ਉਸ ਚੀਜ਼ ਨੂੰ ਐਲੈਬੋਰੇਟ ਕਰਦੇ ਹੀ ਚਲੇ ਜਾਂਦੇ ਆ ਬੇਅੰਤ, ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ। ਤੇ ਜਦੋਂ ਸਾਡੀ ਉਮਰ ਬੀਤ ਜਾਂਦੀ ਹੈ, ਐਟ ਦੀ ਐਂਡ ਅਸੀਂ ਵੀ ਮਰ ਜਾਂਦੇ ਆ, ਤੇ ਜ਼ਿੰਦਗੀ 'ਚ ਫਿਰ ਪ੍ਰਾਪਤ ਕੀ ਕਰਿਆ? ਸਿਰਫ ਦੁੱਖ ਹੀ ਦੇਖ ਕੇ ਗਏ ਆ। ਆਪਣੇ ਆਪ ਨੂੰ ਦੁੱਖ ਦੇ ਕੇ ਅਸੀਂ ਜਾ ਰਹੇ ਹਾਂ। ਆਪਣੇ ਆਪ ਨੂੰ ਪਹਿਲਾ ਦੁੱਖ ਆਪਣੇ ਆਪ ਨੂੰ ਇਹ ਦਿੱਤਾ ਸੀ, ਆਪਣੇ ਨੂੰ ਡਿਪਰੈਸ਼ਨ ਕਰ ਲਿਆ ਐਵੇਂ ਫਾਲਤੂ 'ਚ ਸੋਚ ਕੇ, ਆਪਣੇ ਆਪ ਨੂੰ ਕਮਰੇ 'ਚ ਬੰਦ ਕਰਕੇ। ਕੁਦਰਤ ਨੇ ਤਾਂ ਦੁਨੀਆ ਐਡੀ ਖੂਬਸੂਰਤ ਬਣਾਈ ਹੈ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਕਹਿਣਾ ਪੈ ਗਿਆ, ਬੱਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਵੀ ਉਹ ਕਹਿੰਦੇ ਮੈਂ ਡਿਫਾਈਨ ਨਹੀਂ ਕਰ ਸਕਦਾ ਤੇਰੀ ਕ੍ਰੀਏਸ਼ਨ ਨੂੰ, ਵੀ ਇੰਨੀ ਖੂਬਸੂਰਤ ਤੇਰਾ ਸਟਰਕਚਰ ਬਣਾਉਣ ਦਾ, ਚੀਜ਼ਾਂ ਪੈਦਾ ਹੋਣ ਦਾ, ਇਹ ਯੂਨੀਵਰਸ ਅੱਗੇ ਤੋਂ ਅੱਗੇ ਵਧਣ ਦੀ ਤੇਰੀ ਕ੍ਰੀਏਟੀਵਿਟੀ ਮੈਂ ਡਿਫਾਈਨ ਨਹੀਂ ਕਰ ਸਕਦਾ। ਤੂੰ ਬੇਅੰਤ ਕਮਾਲ ਹੈ, ਐਕਸਟਰਾ ਆਰਡੀਨਰੀ ਹੈ ਤੂੰ। ਚੀਜ਼ਾਂ ਤਾਂ ਇਹ ਚਾਹੀਦੀਆਂ ਸੀ, ਤਾਰੀਫ ਕਰਨੀ ਚਾਹੀਦੀ ਸੀਗੀ। ਹੋ ਕੀ ਗਿਆ? ਸਾਰਾ ਕੰਮ ਹੀ ਉਲਟਾ ਹੋ ਗਿਆ। ਦੇਖੋ ਥਰੂ ਆਊਟ ਦੀ ਵਰਲਡ ਮੈਂ ਕਾਉਂਸਲਿੰਗ ਕਰਦਾ ਲੋਕਾਂ ਦੀ, ਤੇ ਬਹੁਤ ਤਰ੍ਹਾਂ ਦੇ ਨਵੇਂ ਕੇਸਿਸ ਵੀ ਆਉਂਦੇ ਨੇ ਜਿਹੜੇ ਕਈ ਵਾਰੀ ਪਹਿਲੀ ਵਾਰੀ ਸੁਣਿਆ ਹੁੰਦਾ ਵੀ ਇਹਨੂੰ ਇਹ ਪ੍ਰੋਬਲਮ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਇੱਕੋ ਚੀਜ਼ ਮੈਨੂੰ ਸਮਝਾਉਂਦੇ ਨੇ, ਐਵਰੀਥਿੰਗ ਇਜ਼ ਪੋਸੀਬਲ ਟੂ ਸੋਲਵ ਆਊਟ। ਤੇ ਉਹਨਾਂ ਦੇ ਗਿਆਨ ਤੋਂ ਮੈਂ ਲੋਕਾਂ ਦੇ ਉੱਤੇ ਜਦੋਂ ਇੰਪਲੀਮੈਂਟ ਕਰਦਾ ਥੈਰੇਪੀਜ਼ ਨੂੰ, ਮੈਡੀਟੇਸ਼ਨ ਟੈਕਨੀਕਸ ਨੂੰ, ਜਾਂ ਆਪਾਂ ਵਰਬਲ ਆਪਾਂ ਕਾਉਂਸਲਿੰਗ ਕਰਦੇ ਨੇ, ਤੇ ਬਹੁਤ ਫਰਕ ਪੈਣ ਲੱਗ ਜਾਂਦਾ ਹੈ। ਤੇ ਇਹ ਚੀਜ਼ਾਂ ਆਈਆਂ ਕਿੱਥੋਂ ਹੈ? ਇਹ ਪ੍ਰੈਕਟੀਕਲ ਨੌਲੇਜ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲੀ ਹੈ। So the same way, if you're reading Guru Granth Sahib, if you're reading Gurbani, try to understand the meanings, what the word is actually define. ਉਹਦਾ ਮਤਲਬ ਕੀ ਹੈ, ਅਰਥ ਕੀ ਹੈ। ਕਦੇ ਵੀ ਜ਼ਿੰਦਗੀ 'ਚ ਡਿਪਰੈਸ਼ਨ ਵਰਗੇ ਹਾਲਾਤ ਨਹੀਂ ਤੁਹਾਨੂੰ ਫੇਸ ਕਰਨੇ ਪੈਣਗੇ। ਤੁਸੀਂ ਆਪਣੇ ਆਪ 'ਚ ਹੀ ਗ੍ਰੇਟ ਕਾਉਂਸਲਰ ਬਣ ਜਾਣਾ ਹੈ। ਸੋ ਡਿਪਰੈਸ਼ਨ ਦੇ ਬਹੁਤ ਅਨਲਿਮਿਟਿਡ ਕਾਰਨ ਹੋ ਸਕਦੇ ਨੇ, ਪਰ ਇਹ ਨਹੀਂ ਹੈਗਾ ਵੀ ਉਹ ਪਰਮਾਨੈਂਟ ਰਹਿਣਗੇ। ਡਿਪਰੈਸ਼ਨ ਇਜ਼ ਇੱਕ ਕਹਿੰਦੇ ਨੇ ਇੱਕ ਜਸਟ ਟੈਂਪਰੇਰੀ ਬਿਮਾਰੀ ਹੈ, ਇੱਕ ਪਰਮਾਨੈਂਟ ਨਹੀਂ ਹੈਗੀ। ਸੋ ਆਪਣੇ ਆਪ ਨੂੰ ਇਹ ਦਿਮਾਗ 'ਚੋਂ ਗੱਲਾਂ ਕੱਢ ਦਿਓ ਵੀ ਇਹਦਾ ਕੋਈ ਸੋਲਿਊਸ਼ਨ ਨਹੀਂ ਹੈਗਾ, ਵੀ ਮੈਂ ਤਾਂ ਸੁਸਾਈਡ ਕਰਨ ਲੱਗਿਆ। ਸੁਸਾਈਡ ਸੋਲਿਊਸ਼ਨ ਨਹੀਂ ਹੈਗਾ। ਸੁਸਾਈਡ ਐਕਚੁਅਲੀ ਦੇ ਵਿੱਚ ਕੀ ਹੈ, ਪਰਮਾਤਮਾ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ, ਅਸੀਂ ਉਹਨੂੰ ਖਰਾਬ ਕਰਿਆ, ਤੇ ਅਸੀਂ ਉਹਨੂੰ ਇਹ ਕਿਹਾ ਵੀ ਇਹ ਠੀਕ ਨਹੀਂ ਹੈਗਾ, ਵੀ ਮੈਂ ਇਹਨੂੰ ਖਤਮ ਕਰਨ ਲੱਗੇ ਹਾਂ। ਪਰ ਉਹ ਕਿਹਾ ਕੀ ਹੈ,
सुनो गुरु ग्रंथ साहब जी, भई प्रापत मानुख दे हुरिया, गोबिंद मिलन की एह तेरी वरिया, अवर काज तेरे किते ना काम, मिल साध संगत पज केवल नाम। बड़ी औखी मिली है जून। ਤੇ ਇਹ ਦੇਖੋ, ਫਸਟ ਆਫ ਆਲ ਤੁਹਾਨੂੰ ਇਹ ਆਪਾਂ ਨੂੰ ਇਹ ਚੀਜ਼ਾਂ ਦੇ ਬਾਰੇ ਹੀ ਨਹੀਂ ਪਤਾ ਵੀ ਜਿਹੜਾ ਮਨੁੱਖ ਦਾ ਜੀਵਨ ਮਿਲਿਆ ਉਹ ਕਿੰਨਾ ਕਿੰਨਾ ਪ੍ਰਾਈਸਲੈਸ ਹੈ, ਕਿੰਨਾ ਕੀਮਤੀ ਹੈ। ਜਿਹੜੀ ਚੀਜ਼ ਦੀ ਸਾਨੂੰ ਕੀਮਤ ਹੀ ਨਹੀਂ ਪਤਾ ਤੇ ਉਹਦੀ ਆਪਾਂ ਫਿਰ ਰਿਸਪੈਕਟ ਕਿਵੇਂ ਕਰ ਲਾਂਗੇ, ਉਹਦੀ ਅਸੀਂ ਕੇਅਰ ਕਿਵੇਂ ਕਰ ਲਾਂਗੇ। ਸੋ ਪਹਿਲਾਂ ਜਾਣੂ ਹੋ, ਤੁਸੀਂ ਜਿਹੜੀ ਵੀ ਏਜ ਦੇ ਵਿੱਚ ਹੈਗੇ ਹੋ, ਅੱਜ ਕੋਈ ਵੀ ਤੁਸੀਂ ਸਥਿਤੀ ਦੇ ਵਿੱਚ ਹੈਗੇ ਹੋ, ਉਹਨੂੰ ਵਾਸ਼ ਆਊਟ ਕਰ ਦਿਓ। ਕਿੱਡੇ ਵੀ ਤੁਹਾਡੀ ਪ੍ਰੋਬਲਮ ਵੱਡੀ ਹੋਵੇ, ਉਹਨੂੰ ਬਿਲਕੁਲ ਲੀਵ ਆਊਟ ਕਰ ਦਿਓ, ਛੱਡ ਦਿਓ, ਰੀਸੈਟ ਮੋਡ ਤੇ ਆ ਜਾਓ, ਨਵੇਂ ਸਿਰੇ ਤੋਂ ਚੀਜ਼ਾਂ ਸ਼ੁਰੂ ਕਰ ਲਓ। ਸਭ ਕੁਝ ਭਾਵੇਂ ਗਵਾ ਲਿਆ ਤੁਸੀਂ, ਜ਼ਮੀਨਾਂ ਜਾਇਦਾਦਾਂ, ਮਾਪੇ ਜਾਂ ਬੱਚੇ, ਤੁਹਾਡੀ ਸਭ ਕੁਝ ਛੱਡ ਕੇ ਚਲੇ ਗਏ, ਤੁਸੀਂ ਇਕੱਲੇ ਹੋ। ਦੁਨੀਆ ਦੇ ਉੱਤੇ ਇਕੱਲਾ ਕੋਈ ਨਹੀਂ ਹੁੰਦਾਗਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤੇ ਪਾਓ ਕਿਹਾ ਕਾੜਾ ਜੀਓ। ਜਦੋਂ ਇਹ ਗੱਲਾਂ ਸਮਝ ਆ ਗਈਆਂ ਨਾ ਗੁਰੂ ਸਾਹਿਬ ਦੀਆਂ, ਤੁਹਾਨੂੰ ਕਦੇ ਵੀ ਡਿਪਰੈਸ਼ਨ ਨਹੀਂ ਹੋਊਗਾ। ਕਿਉਂਕਿ ਦੇਖੋ, ਮੋਹ ਦੇ ਵਿੱਚ ਅਸੀਂ ਪੈਂਦੇ ਹਾਂ, ਫਿਰ ਡਿਪਰੈਸ਼ਨ ਹੁੰਦਾ। ਅਹੰਕਾਰ 'ਚ ਅਸੀਂ ਚਲੇ ਜਾਂਦੇ ਹਾਂ, ਫਿਰ ਡਿਪਰੈਸ਼ਨ ਹੁੰਦਾ। ਫਿਰ ਲੋਭ ਦੇ ਵਿੱਚ ਪੈ ਜਾਂਦੇ ਹਾਂ, ਫਿਰ ਡਿਪਰੈਸ਼ਨ ਹੁੰਦਾ। ਇਹ ਪੰਜੇ ਚੀਜ਼ਾਂ ਜਦੋਂ ਐਕਸੀਡ ਕਰ ਜਾਂਦੀਆਂ ਆਪਣੀ ਲਿਮਿਟਸ, ਫਿਰ ਅਸੀਂ ਡਿਪਰੈਸ਼ਨ 'ਚ ਜਾਣਾ ਹੀ ਜਾਣਾ ਹੈ। ਸੋ ਗੁਰੂ ਦਾ ਗਿਆਨ ਸਾਨੂੰ ਡਿਪਰੈਸ਼ਨ 'ਚੋਂ ਬਾਹਰ ਕੱਢਣ ਲਈ ਸક્ષਮ ਹੈ। ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਵੀ ਅਸੀਂ ਨਿਕਲਣਾ ਬਾਹਰ ਉਹ 'ਚੋਂ। ਕਈ ਲੋਕ ਤਾਂ ਇਹੀ ਕਹਿ ਦਿੰਦੇ ਵੀ ਨਹੀਂ, ਅਸੀਂ ਤਾਂ ਡਿਪਰੈਸ਼ਨ 'ਚ, ਅਸੀਂ ਤਾਂ ਗੋਲੀ ਖਾ ਲਾਂਗੇ, ਅਸੀਂ ਸਰਜੂ। 20-20 ਸਾਲ ਹੋ ਗਏ ਡਿਪਰੈਸ਼ਨ ਦੀ ਗੋਲੀਆਂ ਖਾਂਦਿਆਂ ਨੂੰ, ਰਾਈ ਜਿੰਨਾ ਵੀ ਫਰਕ ਨਹੀਂ ਪਿਆ ਹਾਲੇ ਤੱਕ। 99% ਕੇਸ ਇੱਦਾਂ ਦੇ ਆਏ ਆ ਮੇਰੇ ਕੋਲ। ਸੋ ਆਪਣੀ ਨੌਲੇਜ ਨੂੰ ਐਕਸਪੈਂਡ ਕਰੋ, ਵੱਡਾ ਕਰੋ, ਸੋਚ ਉੱਚੀ ਚੱਕੋ। ਦੇਖੋ ਤੁਹਾਨੂੰ ਦਿਨਾਂ 'ਚ ਫਰਕ ਪੈਂਦਾ। ਇਹ ਮੇਰਾ ਕਹਿਣਾ ਸੀਗਾ ਵੀ ਆਪਣੇ ਆਪ ਨੂੰ ਜਗਾਉਣ ਦੀ ਕੋਸ਼ਿਸ਼ ਕਰੋ। ਸੁੱਤੇ ਨਾ ਰਹੋ। ਸੁੱਤੇ ਰਹਿਣ ਦਾ ਮਤਲਬ ਹੈ ਤੁਸੀਂ ਡਿਪਰੈਸ਼ਨ 'ਚੋਂ, ਜਾਗਣ ਦਾ ਮਤਲਬ ਹੈ ਤੁਸੀਂ ਬਿਲਕੁਲ ਠੀਕ ਹੋ। ਸੋ ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ।